ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਉਸ ਐਮਐਲਏ ਦੀ, ਉਸ ਵਿਧਾਇਕ ਦੀ ਜਿਸ ਦੀ ਕੁਰਸੀ ਨੂੰ ਖਤਰਾ ਹੋ ਚੁੱਕਿਆ ਹੈ। ਸੋ ਜਿੱਥੇ ਕੱਲ ਵਿਜੇ ਸਿੰਗਲਾ ਸਾਬਕਾ ਮੰਤਰੀ ਦੀ ਕੁਰਸੀ ਗਈ ਹੈ, ਉੱਥੇ ਹੁਣ ਇੱਕ ਵਿਧਾਇਕ ਦੀ ਵੀ ਬਰਖਾਸਤਗੀ ਲਗਭਗ ਤੈਅ ਹੈ। ਕਿਹੜਾ ਉਹ ਐਮਐਲਏ, ਕਿਹੜਾ ਉਹ ਵਿਧਾਇਕ ਜਿਸ ਦੀ ਬਰਖਾਸਤਗੀ ਲਗਭਗ ਤੈਅ ਹੈ ਤੇ ਕਿਉਂ ਤੈਅ ਆ, ਇਸ ਬਾਰੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਉਹਨਾਂ ਦੋ ਮੰਤਰੀਆਂ ਦੀ ਜਿਨ੍ਹਾਂ ਦੇ ਉੱਪਰ ਹੁਣ ਵੱਡਾ ਐਕਸ਼ਨ ਲੈਣ ਜਾ ਰਹੀ ਹੈਗੀ ਭਗਵੰਤ ਮਾਨ ਦੀ ਸਰਕਾਰ। ਸਿਹਤ ਮੰਤਰੀ ਸਿੰਗਲਾ ਤੋਂ ਬਾਅਦ ਹੁਣ ਇਹਨਾਂ ਦੋ ਮੰਤਰੀਆਂ ਦੀ ਵਾਰੀ ਹੈ। ਕਿਉਂ ਵਾਰੀ ਆਈ ਹੈ ਇਹਨਾਂ ਦੋ ਮੰਤਰੀਆਂ ਦੀ, ਇਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਨਾਲ ਹੀ ਨਾਲ ਚਰਚਾ ਕਰਾਂਗੇ ਸਿੰਚਾਈ ਵਿਭਾਗ ਦੀ, ਜਿਸ ਦੀਆਂ ਫਾਈਲਾਂ ਭਗਵੰਤ ਮਾਨ ਸਰਕਾਰ ਵੱਲੋਂ ਖੋਲ੍ਹ ਲਈਆਂ ਗਈਆਂ ਨੇ ਅਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਹੋਏ ਟੈਂਡਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਵੱਡੇ ਲੀਡਰਾਂ ਅਤੇ ਵੱਡੇ ਅਧਿਕਾਰੀਆਂ ਦੇ ਉੱਪਰ ਗਾਜ ਡਿੱਗਦੀ ਨਜ਼ਰ ਆ ਰਹੀ ਹੈ। ਆਖਿਰ ਪੂਰਾ ਮਾਮਲਾ ਕੀ ਹੈ, ਇਸ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਮੇਰੇ ਸੀਨੀਅਰ ਸਹਿਯੋਗੀ ਅਵਤਾਰ ਸਿੰਘ ਗਿੱਲ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗਿੱਲ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਲਖਵਿੰਦਰ ਜੀ। ਗਿੱਲ ਸਾਹਿਬ, ਕੱਲ ਇੱਕ ਅਹਿਮ ਘਟਨਾ ਵਾਪਰੀ ਸੀ ਆਮ ਆਦਮੀ ਪਾਰਟੀ ਦੇ ਵਿੱਚ। ਸਿਹਤ ਮੰਤਰੀ ਜੋ ਕਿ ਹੁਣ ਸਾਬਕਾ ਹੋ ਚੁੱਕੇ ਨੇ, ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੇ ਪਰਚਾ ਦਿੱਤਾ ਗਿਆ ਅਤੇ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ, ਬਰਖਾਸਤ ਵੀ ਕਰ ਦਿੱਤੇ ਗਏ। ਇਹਦੇ ਨਾਲ ਚਰਚਾਵਾਂ ਇਹ ਸੀ ਕਿ ਉਹਨਾਂ ਨੂੰ ਪਾਰਟੀ ਤੋਂ ਵੀ ਬਰਖਾਸਤ ਕੀਤਾ ਜਾਏਗਾ। ਹਜੇ ਇਹ ਅੱਧ ਵਿਚਾਰਿਆ ਗੱਲ ਕਿ ਉਹਨੂੰ ਪਾਰਟੀ ਬਰਖਾਸਤ ਕਰਦੀ ਜਾਂ ਨਹੀਂ ਕਰਦੀ, ਲੇਕਿਨ ਇੱਕ ਹੋਰ ਵਿਧਾਇਕ ਦੇ ਉੱਪਰ ਬਰਖਾਸਤਗੀ ਦੀ ਤਲਵਾਰ ਲਟਕਦੀ ਹੋਈ ਨਜ਼ਰ ਆ ਰਹੀ ਹੈ। ਗੱਲਬਾਤ ਕਰੀਏ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾਕਟਰ ਬਲਵੀਰ, ਜਿਨ੍ਹਾਂ ਨੂੰ ਕਿ ਰੋਪੜ ਦੀ ਕੋਰਟ ਦੇ ਵੱਲੋਂ 3 ਸਾਲ ਦੀ ਸਜ਼ਾ ਸੁਣਾਈ ਗਈ ਸੀ ਤੇ ਕਾਨੂੰਨ ਦੇ ਮੁਤਾਬਕ ਜਿਸ ਵਿਧਾਇਕ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ, ਉਹਨਾਂ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਂਦੀ ਹੈ। ਸੋ ਕੁਲਤਾਰ ਸੰਧਵਾ ਵੀ ਇਸ ਦੇ ਮਾਮਲੇ ਦੇ ਵਿੱਚ ਲੀਗਲ ਐਡਵਾਈਜ਼ਰ ਤੋਂ ਰਹਿ ਲੈਂਦੇ ਹੋਏ ਨਜ਼ਰ ਆ ਰਹੇ ਨੇ। ਕਿਵੇਂ ਦੇਖ ਰਹੇ ਹੋ ਕਿ ਵਿਧਾਨ ਸਭਾ ਦੀ ਉਹਨਾਂ ਦੀ ਜੋ ਮੈਂਬਰਸ਼ਿਪ ਆ ਰਹੇਗੀ ਜਾਂ ਫਿਰ ਉਹਨਾਂ ਨੂੰ ਵੀ ਹੁਣ ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦੇਖਣਾ ਪਵੇਗਾ? ਦੇਖੋ ਲਖਵਿੰਦਰ ਜੀ, ਅਸਲ ਦੇ ਵਿੱਚ ਇੱਦਾਂ ਹੁੰਦਾ ਕਿ ਜਿਹੜੇ ਵੀ ਕੋਈ ਇਸ ਤਰ੍ਹਾਂ ਦੇ ਨੇਤਾ ਹੁੰਦੇ ਨੇ, ਜਿਹੜੇ ਉਹਨਾਂ ਨੂੰ ਚੁਣੇ ਹੋਏ ਐਮਐਲਏ ਨੇ, ਜਦੋਂ ਉਹਨਾਂ ਨੂੰ ਕੋਈ ਅਦਾਲਤਾਂ 2 ਸਾਲ ਤੋਂ ਜ਼ਿਆਦਾ ਦੀ ਸਜ਼ਾ ਸੁਣਾ ਦੇਣ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਆ ਉਹ ਖਾਰਜ ਕੀਤੀ ਜਾਂਦੀ ਹੈ। ਲੇਕਿਨ ਹੁਣ ਇੱਥੇ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਤਾਂ ਇਸ ਦੇ ਉੱਤੇ ਜ਼ਰੂਰ ਆਮ ਆਦਮੀ ਪਾਰਟੀ ਵਿਚਾਰ ਕਰ ਰਹੀ ਹੋਗੀ, ਕਿਉਂਕਿ ਜੋ ਪ੍ਰੋਟੋਕੋਲ ਹੈਗਾ ਉਸ ਦੇ ਅਨੁਸਾਰ ਚੱਲਣਾ ਪਏਗਾ। ਤਾਂ ਇਹਦੇ ਲਈ ਜਿਹੜੀ ਡੀਏ ਲੀਗਲ ਹੈਗੇ ਉਹਨਾਂ ਤੋਂ ਵੀ ਰਾਏ ਮੰਗੀ ਗਈ ਹੋਗੀ, ਕਿਉਂਕਿ ਸਰਕਾਰ ਦੇ ਜਿਹੜੇ ਸਰਕਾਰੀ ਵਕੀਲ ਨੇ, ਬੇਸ਼ੱਕ ਉਹ ਐਡਵੋਕੇਟ ਜਨਰਲ ਤੋਂ ਰਾਏ ਮੰਗੀ ਗਈ ਹੋਵੇ ਤਾਂ ਇਹ ਰਾਏ ਮੰਗੀ ਗਈ ਆ। ਹੁਣ ਇਹ ਰਾਏ ਦੇ ਉੱਤੇ ਦਾਰੋਮਦਾਰ ਹੈਗਾ ਕਿ ਉਹ ਕੀ ਰਾਏ ਦਿੰਦੇ ਨੇ। ਜੇਕਰ ਉਹਨਾਂ ਵੱਲੋਂ ਰਾਏ ਦਿੱਤੀ ਜਾਂਦੀ ਹੈ ਕਾਨੂੰਨ ਮੁਤਾਬਕ ਵੀ ਜਿਹੜਾ 3 ਸਾਲ ਦੀ ਸਜ਼ਾ ਹੈਗੀ ਆ ਉਹ ਆਪਣੇ ਵਿਧਾਇਕ ਦੀ ਕੁਰਸੀ ਦੇ ਉੱਤੇ ਬਣੇ ਨਹੀਂ ਰਹਿ ਸਕਦੇ, ਲੇਕਿਨ ਇੱਕ ਪ੍ਰੋਵੀਜ਼ਨ ਇਹ ਵੀ ਹੈ ਕਿ ਜੇਕਰ ਉਹ ਅਦਾਲਤ ਦੇ ਵਿੱਚ ਅੱਗੇ ਅਪੀਲ ਕਰਦੇ ਨੇ ਉਸ ਸਜ਼ਾ ਦੇ ਖਿਲਾਫ ਤਾਂ ਕਿਤੇ ਨਾ ਕਿਤੇ ਮਾਮਲਾ ਸਟੇ ਹੋ ਸਕਦਾ ਹੈ। ਲੇਕਿਨ ਜ਼ਿਆਦਾ ਚਾਂਸਸ ਹੈਗੇ ਨੇ ਜਿਹੜੇ ਉਹ ਬਣਦੇ ਨੇ ਕਿ ਉਹਨਾਂ ਨੂੰ ਆਪਣੀ ਜਿਹੜੀ ਉੱਥੋਂ ਦੀ ਮੈਂਬਰਸ਼ਿਪ ਹੈਗੀ ਆ ਉਹ ਛੱਡਣੀ ਪਏਗੀ, ਐਮਐਲਏ ਦਾ ਅਹੁਦਾ ਜਿਹੜਾ ਛੱਡਣਾ ਪੈ ਸਕਦਾ। ਲੇਕਿਨ ਹੋ ਸਕਦਾ ਹੈ ਕਿ ਅਪੀਲ ਦੇ ਚੱਲਦਿਆਂ ਉਹਨਾਂ ਨੂੰ ਥੋੜ੍ਹਾ ਸਮਾਂ ਦੇ ਦਿੱਤਾ ਜਾਵੇ ਕਿ ਅਪੀਲ ਜਿਹੜੀ ਸਬਮਿਟ ਹੁੰਦੀ ਹੈ ਕਿ ਉਹਦੇ 'ਤੇ ਸੁਣਵਾਈ ਹੁੰਦੀ ਹੈ। ਲੇਕਿਨ ਕਿਤੇ ਨਾ ਕਿਤੇ ਜਿਹੜੀ ਤਲਵਾਰ ਹੈਗੀ ਆ ਉਹ ਜ਼ਰੂਰ ਲਟਕ ਗਈ ਹੈ, ਕਿਉਂਕਿ ਹੁਣ ਐਡਵੋਕੇਟ ਜਨਰਲ ਕੀ ਰਾਏ ਦਿੰਦੇ ਨੇ ਤਾਂ ਇਹ ਲੀਗਲ ਰਾਏ ਦੇ ਉੱਤੇ ਦਾਰੋਮਦਾਰ ਖੜਾ ਹੋਇਆ, ਕਿਉਂਕਿ ਕਾਨੂੰਨ ਮੁਤਾਬਕ ਹੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਣੀ ਹੈ। ਸੋ ਜਿਸ ਤਰ੍ਹਾਂ ਲੀਗਲ ਐਡਵਾਈਜ਼ਰ ਦੀ ਉਹ ਗੱਲ ਕਰ ਰਹੇ ਨੇ ਵੀ ਅਸੀਂ ਕੁਲਤਾਰ ਸਿੰਘ ਸਾਹਿਬ ਕਹਿੰਦੇ ਹੋਏ ਨਜ਼ਰ ਆਏ ਨੇ ਵੀ ਭਾਈ ਮੈਂ ਰਾਏ ਮਸ਼ਵਰਾ ਕਰ ਰਿਹਾ ਕਿ ਰਾਏ ਮਸ਼ਵਰਾ ਕਰਨ ਤੋਂ ਬਾਅਦ ਉਹਨਾਂ ਦੀ ਸਲਾਹ ਮੰਨਣੀ ਜ਼ਰੂਰੀ ਹੋਏਗੀ ਜੋ ਲੀਗਲ ਐਡਵਾਈਜ਼ਰ ਨੇ ਉਹਨਾਂ ਦੇ, ਜਾਂ ਫਿਰ ਉਹਨਾਂ ਆਪਣੇ ਹਿਸਾਬ ਦੇ ਨਾਲ ਵੀ ਭਾਈ ਚਲੋ ਠੀਕ ਹੈ ਇਹਨਾਂ ਨੇ ਅੱਗੇ ਅਪੀਲ ਕਰ ਦਿੱਤੀ, ਜੇ ਅਪੀਲ ਕਰਦੇ ਨੇ ਤਾਂ ਉਹ ਆਪਣੇ ਤੌਰ ਤੇ ਵੀ ਇਹਨੂੰ ਰਿਲੈਕਸੇਸ਼ਨ ਦੇ ਸਕਦੇ ਨੇ, ਜਾਂ ਫਿਰ ਜੋ ਕਾਨੂੰਨ ਕਹਿੰਦੇ ਨੇ ਉਸ ਦੇ ਅਕੋਰਡਿੰਗ ਇਹਨਾਂ ਨੂੰ ਬਰਖਾਸਤ ਹੀ ਕਰਨਾ ਪੈਣਾ। ਦੇਖੋ ਲਖਵਿੰਦਰ ਜੀ, ਜੇਕਰ ਕਾਨੂੰਨ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲ ਜਿਹੜੀ ਡੀਏ ਦੀ ਰਾਏ ਹੁੰਦੀ ਹੈ ਉਹ ਬਹੁਤ ਅਹਿਮੀਅਤ ਰੱਖਦੀ ਹੈ। ਇੱਥੇ ਤਾਂ ਖਾਸ ਕਰਕੇ ਐਡਵੋਕੇਟ ਜਨਰਲ ਤੋਂ ਰਾਏ ਲਈ ਜਾਊਗੀ ਕਿਉਂਕਿ ਸਰਕਾਰ ਦਾ ਮਾਮਲਾ ਹੈਗਾ। ਤਾਂ ਜੇਕਰ ਐਡਵੋਕੇਟ ਜਨਰਲ ਕਾਨੂੰਨ ਮੁਤਾਬਕ ਆਪਣੀ ਰਾਏ ਦਿੰਦੇ ਨੇ ਕਿ ਸਾਡਾ ਕਾਨੂੰਨ, ਸਾਡਾ ਸੰਵਿਧਾਨ ਕੀ ਕਹਿੰਦਾ, ਤਾਂ ਉਸ ਮੁਤਾਬਕ ਜਿਹੜੀ ਰਾਏ ਦਿੰਦੀ ਹੈ ਤਾਂ ਫਿਰ ਉਹ ਰਾਏ ਹੈਗੀ ਹੈ ਜਿਹੜੀ ਉਹ ਸਰਕਾਰ ਨੂੰ ਮੰਨਣੀ ਪਏਗੀ। ਜੇਕਰ ਉਹਨਾਂ ਵੱਲੋਂ ਇਹ ਰਾਏ ਦੇ ਦਿੱਤੀ ਜਾਂਦੀ ਹੈ ਕਿ ਭਾਈ ਕਾਨੂੰਨਨ ਹੁਣ ਇਹ ਐਮਐਲਏ ਨਹੀਂ ਰਹਿ ਸਕਦੇ ਤਾਂ ਫਿਰ ਸਰਕਾਰ ਨੂੰ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਹੀ ਪਏਗੀ। ਜੇਕਰ ਕੋਈ ਪ੍ਰਾਵਧਾਨ ਹੋਇਆ
ਕਿ ਅਪੀਲ ਦੌਰਾਨ 3 ਸਾਲ ਦੀ ਸਜ਼ਾ ਵਾਲਾ ਹੈਗਾ ਜਿਹੜਾ ਉਹ ਆਪਣੇ ਅਹੁਦੇ ਉੱਤੇ ਬਣਿਆ ਰਹਿ ਸਕਦਾ, ਤਾਂ ਹੋ ਸਕਦਾ ਕਿ ਇਹਨਾਂ ਨੂੰ ਥੋੜ੍ਹੀ ਬਹੁਤੀ ਢਿੱਲ ਦੇ ਦਿੱਤੀ ਜਾਵੇ। ਲੇਕਿਨ ਚਾਂਸਸ ਬਹੁਤ ਘੱਟ ਨੇ, ਕਿਉਂਕਿ 2 ਸਾਲ ਤੱਕ ਦੀ ਸਜ਼ਾ ਦਾ ਜਿਹੜਾ ਪ੍ਰਾਵਧਾਨ ਹੈਗਾ ਉਹ ਜਿਹੜਾ ਕੀਤਾ ਗਿਆ ਕਿ 2 ਸਾਲ ਤੱਕ ਦੀ ਸਜ਼ਾ ਹੈਗੀ ਆ ਤਾਂ ਤੁਸੀਂ ਅਹੁਦੇ ਤੇ ਬਣੇ ਰਹਿ ਸਕਦੇ ਹੋ, ਲੇਕਿਨ 2 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਕਾਨੂੰਨਨ ਤੌਰ ਤੇ ਤੁਸੀਂ ਆਪਣੇ ਅਹੁਦੇ ਉੱਤੇ ਨਹੀਂ ਰਹਿ ਸਕਦੇ। ਸੋ ਇੱਕ ਗੱਲ ਕਰੀਏ ਵਿਧਾਇਕ ਦੀ, ਕਾਨੂੰਨ ਦੇ ਤਹਿਤ ਜਿਨ੍ਹਾਂ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ, ਸੋ ਝਟਕਾ ਜ਼ਰੂਰ ਹੋਏਗਾ ਆਮ ਆਦਮੀ ਪਾਰਟੀ ਲਈ, ਕਿਉਂਕਿ ਕੱਲ ਇੱਕ ਉਹਨਾਂ ਦਾ ਵੱਡਾ ਲੀਡਰ ਕਹੀਏ, ਕਿਉਂਕਿ ਵੱਡਾ ਕੈਬਨਿਟ ਮਿਨਿਸਟਰ ਸੀ, ਉਹਨਾਂ ਦੀ ਬਰਖਾਸਤਗੀ ਹੋਈ ਹੈ। ਤੇ ਦੂਸਰੇ ਪਾਸੇ ਹੁਣ ਗੱਲ ਕਰੀਏ 2 ਹੋਰ ਮੰਤਰੀਆਂ ਦੀ, ਜਿਹੜੇ 2 ਮੰਤਰੀਆਂ ਦੇ ਉੱਪਰ ਭਗਵੰਤ ਮਾਨ ਦੀ ਆਵਾਜ਼ ਅੱਖ ਹੈ। ਸਿੰਗਲਾ ਦੇ ਉੱਪਰ ਕੀਤੀ ਹੋਈ ਕਾਰਵਾਈ ਤੋਂ ਬਾਅਦ ਵਿਜੇ ਸਿੰਗਲਾ ਦੇ ਉੱਪਰ ਵੱਡੀ ਕਾਰਵਾਈ ਹੋਈ ਸੀ। ਕਿਵੇਂ ਦੇਖ ਰਹੇ ਹੋ ਹੁਣ ਉਹ ਕਿਹੜੇ 2 ਲੀਡਰ ਨੇ ਜਿਨ੍ਹਾਂ ਦੇ ਲਈ ਬਿਲਕੁਲ ਟੀਮਾਂ ਤਿਆਰ ਨੇ ਕਾਰਵਾਈ ਕਰਨ ਦੇ ਲਈ? ਕਹਿ ਰਹੇ ਨੇ ਵੀ ਅੰਦਰੂਨੀ ਜੋ ਸੂਤਰ ਦੱਸਦੇ ਨੇ ਵੀ ਅੰਦਰੂਨੀ ਤੌਰ ਤੇ ਉਹਨਾਂ ਵਿਰੁੱਧ ਕਾਰਵਾਈ ਸ਼ੁਰੂ ਵੀ ਹੋ ਚੁੱਕੀ ਹੈ। ਕਿਵੇਂ ਦੇਖ ਰਹੇ ਹੋ, ਕਿਵੇਂ ਮੁਸ਼ਕਿਲਾਂ ਵਧਣਗੀਆਂ ਤੇ ਕਿਹੜੇ ਉਹ ਨੇਤਾ ਹੋਣਗੇ ਜਾਂ ਕਿਹੜੇ ਉਹ ਮੰਤਰੀ ਹੋਣਗੇ ਜਿਨ੍ਹਾਂ ਦੇ ਉੱਪਰ ਭਗਵੰਤ ਮਾਨ ਦੀ ਸਰਕਾਰ ਕਾਰਵਾਈ ਕਰਨ ਜਾ ਰਹੀ ਹੈ? ਦੇਖੋ ਲਖਵਿੰਦਰ ਜੀ, ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਸਾਹਮਣੇ ਕਿ 2 ਜਿਹੜੇ ਇਹਨਾਂ ਦੇ ਆਪਣੇ ਹੀ ਮੰਤਰੀ ਹੈਗੇ ਨੇ, ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਨੇ ਆਪਣੀ ਪੈਣੀ ਨਜ਼ਰ ਰੱਖੀ ਹੋਈ ਹੈ, ਕਿਉਂਕਿ ਲਗਾਤਾਰ ਉਹ ਆਪਣੇ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਚੱਲ ਰਹੇ ਸੀ। ਬਹੁਤ ਸਾਰੇ ਕੰਮਾਂ ਦੇ ਵਿੱਚ ਉਹਨਾਂ ਵੱਲੋਂ ਲੋੜੀਂਦੇ ਸਮੇਂ ਤੋਂ ਜ਼ਿਆਦਾ ਤੇਜ਼ੀ ਦਿਖਾਈ ਗਈ ਹੈ, ਤਾਂ ਕਿਤੇ ਨਾ ਕਿਤੇ ਜਿਹੜਾ ਸ਼ੱਕ ਹੈਗਾ ਸਰਕਾਰ ਨੂੰ ਪਹਿਲਾਂ ਹੀ ਹੋ ਗਿਆ ਸੀ, ਤਾਂ ਉਹਨਾਂ ਦੇ ਉੱਤੇ ਲਗਾਤਾਰ ਨਜ਼ਰਸਾਨੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਤੁਹਾਨੂੰ ਮੈਂ ਦੱਸ ਦੇਵਾਂ ਕਿ ਕੈਬਨਿਟ ਬਹੁਤ ਛੋਟੀ ਹੈ ਤੇ ਲੋਕ ਬੜੇ ਸਮਝਦਾਰ ਨੇ। ਇਹਦੇ ਵਿੱਚ ਜਿਹੜੇ 2 ਮੰਤਰੀ ਹੈਗੇ ਨੇ, ਉਹ ਮੰਤਰੀ ਇੱਕ ਮਾਝੇ ਨਾਲ ਸੰਬੰਧ ਰੱਖਦਾ ਤਾਂ ਇੱਕ ਦੁਆਬੇ ਨਾਲ ਸੰਬੰਧ ਰੱਖਦਾ ਹੈ। ਇਹਨਾਂ ਮੰਤਰੀਆਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਡਾਕਟਰ ਵਿਜੇ ਸਿੰਗਲਾ ਦੇ ਉੱਤੇ ਕਾਰਵਾਈ ਹੋਈ ਆ, ਉਸੇ ਤਰਜ਼ ਦੇ ਉੱਤੇ ਕਾਰਵਾਈ ਹੋ ਸਕਦੀ ਹੈ, ਕਿਉਂਕਿ ਪਿੱਛੇ ਜਿਹੜੀਆਂ ਫਾਈਲਾਂ ਜਿਹੜੀਆਂ ਭ੍ਰਸ਼ਟਾਚਾਰ ਨੂੰ ਲੈ ਕੇ ਸੀ, ਚਾਹੇ ਉਹ ਪਿਛਲੀਆਂ ਪਾਰਟੀਆਂ ਦੀ ਸੀ ਜਾਂ ਫਿਰ ਉਹ ਵਿਜੀਲੈਂਸ ਦੀ ਜਾਂਚ ਦੀਆਂ ਜਿਹੜੀਆਂ ਫਾਈਲਾਂ ਸੀਗੀਆਂ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਪਈਆਂ ਹੋਈਆਂ ਸੀ, ਤਾਂ ਹੁਣ ਵਿਜੇ ਸਿੰਗਲਾ ਦੀ ਕਾਰਵਾਈ ਤੋਂ ਬਾਅਦ ਉਹ ਫਾਈਲਾਂ ਦੇ ਉੱਤੋਂ ਮਿੱਟੀ ਝੜਨੀ ਸ਼ੁਰੂ ਹੋ ਗਈ ਹੈ। ਤਾਂ ਸਭ ਤੋਂ ਪਹਿਲਾਂ ਕਾਂਗਰਸੀ ਲੀਡਰ ਨੇ ਜਿਹੜੇ ਸਾਧੂ ਸਿੰਘ ਧਰਮਸੋਤ, ਉਹਨਾਂ ਦੀ ਫਾਈਲ ਵੀ ਹੈ ਜਿਹੜੀ ਉਹ ਖੁੱਲ੍ਹਣ ਜਾ ਰਹੀ ਹੈ। ਆਪਾਂ ਪਹਿਲਾਂ ਵੀ ਪ੍ਰੋਗਰਾਮ ਦੇ ਵਿੱਚ ਦੱਸਿਆ ਕਿ ਸਭ ਤੋਂ ਪਹਿਲੀ ਗਾਜ ਹੈਗੀ ਹੈ ਜਿਹੜੀ ਮੈਨੂੰ ਲੱਗਦਾ ਕਿ ਇਹ ਜਿਹੜੇ 2 ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ, ਸ਼ਾਇਦ ਉਹਨਾਂ ਤੋਂ ਪਹਿਲਾਂ ਹੀ ਇਹ ਗਾਜ ਸਾਧੂ ਸਿੰਘ ਉਹਨਾਂ ਤੇ ਡਿੱਗ ਜਾਵੇ, ਕਿਉਂਕਿ ਉਹਨਾਂ ਤੇ ਵੀ ਲਗਾਤਾਰ ਜਿਹੜੀ ਜਾਂਚ ਹੈਗੀ ਆ ਉਹ ਖੁੱਲ੍ਹ ਚੁੱਕੀ ਹੈ, ਜਾਂਚ ਹੋ ਰਹੀ ਹੈ। ਜੇਕਰ ਉਹ ਦੋਸ਼ੀ ਪਾਏ ਜਾਂਦੇ ਨੇ ਤਾਂ ਕਾਰਵਾਈ ਉਹਨਾਂ ਤੇ ਵੀ ਲਾਜ਼ਮੀ ਹੈ। ਬਿਲਕੁਲ ਸਰ। ਸੋ ਆਪਾਂ ਜੇਕਰ ਉਹਨਾਂ ਦੇ ਮੰਤਰੀਆਂ ਦੀ ਗੱਲ ਕਰੀਏ, ਜੋ ਕੈਬਨਿਟ ਮੰਤਰੀ ਨੇਗੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ, ਜਿਨ੍ਹਾਂ ਦੀ ਗੱਲ ਹੈ ਵੀ ਇੱਕ ਮਾਝੇ ਦੀ ਗੱਲ ਕਰੀਏ ਤੁਸੀਂ, ਕੋਈ ਦੁਆਬੇ ਤੋਂ ਵੀ 2 ਮੰਤਰੀ ਨੇ, ਕਿ ਇਹਨਾਂ ਵਿਰੁੱਧ ਵੀ ਕੋਈ ਸ਼ਿਕਾਇਤਾਂ ਕੀਤੀਆਂ ਗਈਆਂ ਲੋਕਾਂ ਦੇ ਵੱਲੋਂ ਜਾਂ ਫਿਰ ਆਪਣੀ ਹੀ ਤੌਰ ਦੇ ਉੱਪਰ ਇਹਨਾਂ ਦੀ ਇਨਕੁਆਇਰੀ ਕਰਾਈ ਗਈ? ਜਿਵੇਂ ਤੁਸੀਂ ਕਹਿੰਦੇ ਬੜੀ ਤੇਜ਼ੀ ਦੇ ਨਾਲ ਕੰਮ ਕਰ ਰਹੇ ਸੀ, ਕਿਉਂਕਿ ਜਿਹੜੀ ਕਾਰਵਾਈ ਹੋਈ ਹੈਗੀ ਵਿਜੇ ਸਿੰਗਲਾ ਦੇ ਖਿਲਾਫ ਉਹ ਇੱਕ ਸ਼ਿਕਾਇਤ ਦੇ ਆਧਾਰ ਦੇ ਉੱਪਰ ਹੋਈ ਸੀ। ਉਹਨਾਂ ਕੋਲ ਪ੍ਰੂਫ ਮਿਲੇ ਸੀ ਇੱਕ ਆਡੀਓ ਦੇ ਰੂਪ ਦੇ ਵਿੱਚ, ਜਿਸ ਤੋਂ ਬਾਅਦ ਉਹਨੂੰ ਬਰਖਾਸਤ ਕੀਤਾ ਗਿਆ, FIR ਹੋਈ ਤੇ ਰਿਮਾਂਡ ਵੀ ਕੋਰਟ ਦੇ ਵਿੱਚ ਭੇਜ ਕੇ ਰਿਮਾਂਡ ਵੀ ਦਿਵਾਇਆ ਗਿਆ। ਕਿਵੇਂ ਦੇਖ ਰਹੇ ਹੋ, ਇਹਨਾਂ 2 ਮੰਤਰੀਆਂ ਖਿਲਾਫ ਵੀ ਕੋਈ ਕਾਰਵਾਈ ਪਹੁੰਚੀ ਹੈ ਜਾਂ ਫਿਰ ਭਗਵੰਤ ਮਾਨ ਸ਼ੱਕ ਦੇ ਆਧਾਰ ਦੇ ਉੱਪਰ ਆਪਦੀ ਇਨਕੁਆਇਰੀ ਕਰਵਾ ਰਹੇ ਨੇ? ਦੇਖੋ ਲਖਵਿੰਦਰ ਜੀ, ਅਸਲ ਦੇ ਵਿੱਚ ਜਦੋਂ ਕੋਈ ਵੀ ਆਪਾਂ ਕਹਿ ਲਈਏ ਜਿਸ ਤਰ੍ਹਾਂ ਦੇ ਨਾਲ ਵਿਧਾਨ ਸਭਾ, ਤਾਂ ਵਿਧਾਨ ਸਭਾ ਜਾਂ ਫਿਰ ਸਰਕਾਰ ਹੈਗੀ ਹੈ, ਜਿਹੜਾ ਸਿਵਲ ਸਕੱਤਰੇਤ ਹੈਗਾ ਜਾਂ ਫਿਰ ਕੋਈ ਵੀ ਅਦਾਰਾ ਹੈਗਾ, ਉਸ ਦੇ ਵਿੱਚ ਕੋਈ ਵੀ ਬੰਦਾ ਕੰਮ ਕਰਦਾ, ਬੇਸ਼ੱਕ ਉਹ ਵਿਧਾਇਕ ਹੈ, ਬੇਸ਼ੱਕ ਉਹ ਆਮ ਕਰਮਚਾਰੀ ਹੈ, ਜਦੋਂ ਉਹ ਆਪਣੇ ਅਦਾਰੇ ਤੋਂ ਬਾਹਰ ਹੋ ਕੇ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਕਿਤੇ ਨਾ ਕਿਤੇ ਸ਼ੱਕ ਦੀ ਸੂਈ ਹੈ ਜਿਹੜੀ ਉਸ ਵੱਲ ਘੁੰਮ ਜਾਂਦੀ ਹੈ ਕਿ ਇਹ ਕੰਮ ਕਰਨ ਦੇ ਲਈ ਨਹੀਂ ਕਿਹਾ ਗਿਆ ਸੀ, ਲੇਕਿਨ ਫਿਰ ਵੀ ਇਹ ਕੰਮ ਕੀਤਾ ਗਿਆ। ਤਾਂ ਕਿਤੇ ਨਾ ਕਿਤੇ ਉੱਥੇ ਸਾਫ਼ ਹੋ ਜਾਂਦਾ ਕਿ ਇਹ ਕੰਮ ਹੈਗਾ, ਇਹਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਦੇ ਕੋਈ ਨਿੱਜੀ ਹਿੱਤ ਨੇ ਜਿਹੜੇ ਉਹ ਛੁਪੇ ਹੋਏ ਨੇ। ਤਾਂ ਇਸੇ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਲਗਾਤਾਰ ਸਰਕਾਰ ਤੋਂ ਬਾਹਰ ਹੋ ਕੇ ਕੰਮ ਕੀਤਾ ਜਾ ਰਿਹਾ ਸੀ। ਬੇਸ਼ੱਕ ਇਸ ਮਾਮਲੇ ਦੇ ਵਿੱਚ ਕੋਈ ਸ਼ਿਕਾਇਤ ਵੀ ਗਈ ਹੋਵੇ, ਲੇਕਿਨ ਹਲੇ ਤੱਕ ਉਹ ਸ਼ਿਕਾਇਤ ਹੈ ਜਿਹੜੀ ਸਾਹਮਣੇ ਨਹੀਂ ਆ ਸਕੀ। ਲੇਕਿਨ ਇੰਨਾ ਜ਼ਰੂਰ ਹੈਗਾ ਕਿ ਬਹੁਤ ਹੀ ਭਰੋਸੇਯੋਗ ਸੂਤਰ ਜੋ ਦੱਸਦੇ ਨੇ ਕਿ ਇਹ 2 ਜਿਹੜੇ ਮੰਤਰੀ ਹੈਗੇ ਨੇ ਇਹ ਪੂਰੀ ਤਰ੍ਹਾਂ ਦੇ ਨਾਲ ਰਡਾਰ ਦੇ ਉੱਤੇ ਆ ਚੁੱਕੇ ਨੇ ਔਰ ਸਰਕਾਰ ਕਿਸੇ ਵੀ ਵੇਲੇ ਇਹਨਾਂ ਦੇ ਉੱਤੇ ਕੋਈ ਵੱਡੀ ਕਾਰਵਾਈ ਹੈ ਜਿਹੜੀ ਕਰ ਸਕਦੀ ਹੈ। ਬੇਸ਼ੱਕ ਇਹਨਾਂ ਨੇ ਆਪਣੀਆਂ ਜਿਹੜੀ ਗਤੀਵਿਧੀਆਂ ਨੇ ਉਹ ਘਟਾ ਦਿੱਤੀਆਂ ਹੋਣ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਵਿਜੇ ਸਿੰਗਲਾ ਤੇ ਕਾਰਵਾਈ ਹੋਈ ਹੈ, ਲੇਕਿਨ ਜਦੋਂ ਇਹ ਬਹੁਤ ਤੇਜ਼ੀ ਦੀ ਚਾਲ ਚੱਲੇ ਨੇ ਤਾਂ ਮੈਨੂੰ ਲੱਗਦਾ ਉੱਥੇ ਕਾਫੀ ਗਲਤੀਆਂ ਵੀ ਕਰ ਗਏ ਨੇ। ਉਹ ਗਲਤੀਆਂ ਕਿਤੇ ਨਾ ਕਿਤੇ ਇਹਨਾਂ ਤੇ ਭਾਰੀ ਜ਼ਰੂਰ ਪੈਣਗੀਆਂ। ਬਿਲਕੁਲ ਸਰ, ਆਪਾਂ ਕੱਲ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਵੀ ਸ਼ੁਰੂਆਤ ਭਗਵੰਤ ਮਾਨ ਨੇ ਕਰਪਸ਼ਨ ਤੋਂ
ਆਪਣੇ ਤੋਂ ਸ਼ੁਰੂ ਕੀਤੀ ਹੈ ਵੀ ਕੱਲ੍ਹ ਨੂੰ ਦੂਜੀਆਂ ਵਿਰੋਧੀ ਪਾਰਟੀਆਂ ਇਹ ਨਾ ਕਹਿ ਦੇਣ ਵੀ ਇਹ ਤਾਂ ਭਾਈ ਸਿਆਸੀ ਲਾਹਾ ਲੈਣ ਦੇ ਲਈ ਜਾਂ ਰਾਜਨੀਤਿਕ ਕਿਟ ਕੱਢਣ ਦੇ ਲਈ ਸਾਡੇ ਉੱਪਰ ਪਰਚੇ ਕਰ ਰਹੇ ਨੇ, ਸਾਡੇ ਤੇ ਕਾਰਵਾਈ ਕਰ ਰਹੀਆਂ ਨੇ। ਸੋ ਕੱਲ੍ਹ ਸ਼ੁਰੂਆਤ ਹੋਈ ਹੈ ਤੇ ਅੱਜ ਇੱਕ ਵੱਡਾ ਬਿਆਨ ਭਗਵੰਤ ਮਾਨ ਜੀ ਦਾ ਆਇਆਗਾ ਸਿੰਚਾਈ ਵਿਭਾਗ ਨੂੰ ਲੈ ਕੇ, ਇਰੀਗੇਸ਼ਨ ਡਿਪਾਰਟਮੈਂਟ ਨੂੰ ਲੈ ਕੇ, ਜਿੱਥੇ ਉਹ ਕਹਿੰਦੇ ਨਜ਼ਰ ਆਏ ਨੇ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਸਿੰਚਾਈ ਵਿਭਾਗ ਦੇ ਵਿੱਚ ਟੈਂਡਰਾਂ ਦੇ ਵਿੱਚ ਵੱਡੀਆਂ ਘਪਲੇਬਾਜ਼ੀਆਂ ਹੋਈਆਂ ਨੇ, ਸਿੰਚਾਈ ਵਿਭਾਗ ਦੇ ਵਿੱਚ ਵੱਡੀ ਕਰਪਸ਼ਨ ਹੋਈ ਹੈ, ਲੁੱਟ-ਖੁੱਟ ਸੁੱਟ ਹੋਈ ਹੈ ਸਰਕਾਰੀ ਖਜ਼ਾਨੇ ਦੀ। ਸੋ ਉਸ ਸੰਬੰਧੀ ਉਹਨਾਂ ਨੇ ਕਿਹਾ ਵੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਨਾਲ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹਦੇ ਵਿੱਚ 2 ਸਾਬਕਾ ਮੰਤਰੀਆਂ ਦੇ ਉੱਪਰ ਤੇ ਨਾਲ ਹੀ ਨਾਲ ਉਹਨਾਂ ਦੇ ਪੀਏ ਦੇ ਉੱਪਰ ਤੇ ਨਾਲ 3 IAS ਅਫਸਰਾਂ ਦੇ ਉੱਪਰ ਗਾਜ ਡਿੱਗਣੀ ਲਗਭਗ ਤੈਅ ਹੈ, ਕਿਉਂਕਿ ਸੂਤਰ ਇਹ ਦੱਸਦੇ ਨੇ ਕਿ ਇਹਨਾਂ ਦੇ ਖਿਲਾਫ ਸਰਕਾਰ ਦੇ ਹੱਥ ਦੇ ਵਿੱਚ ਵੱਡੇ ਪ੍ਰੂਫ ਲੱਗੇ ਨੇ ਤੇ ਨਾਲ ਹੀ ਨਾਲ ਉਹ ਇਹ ਕਹਿੰਦੇ ਨਜ਼ਰ ਆਏ ਨੇ ਵੀ ਇਹ ਟੈਂਡਰ ਪਿਛਲੇ ਸਰਕਾਰਾਂ ਦੌਰਾਨ ਦਿੱਤੇ ਗਏ ਸੀ, ਉਹਨਾਂ ਟੈਂਡਰਾਂ ਦੀ ਵੀ ਜਾਂਚ ਪੜਤਾਲ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਕਿਵੇਂ ਦੇਖ ਰਹੇ ਹੋ ਕਿ ਸੱਚਮੁੱਚ ਸਾਡੀ ਉਸ ਖਬਰ ਦੇ ਉੱਪਰ ਮੋਹਰ ਲੱਗੀ ਹੈ ਵੀ ਸ਼ੁਰੂਆਤ ਆਪਣੇ ਤੋਂ ਕਰਕੇ ਇਹ ਜਾਂਚ ਦਾ ਦਾਇਰਾ, ਇਹ ਕਰਪਸ਼ਨ ਨੂੰ ਰੋਕਣ ਦਾ ਜੋ ਦਾਇਰਾ ਹੁਣ ਵੱਧਦਾ ਵੱਡੇ ਅਫਸਰਾਂ ਦੇ ਵੱਲ ਤੇ ਸਾਬਕਾ ਮੰਤਰੀਆਂ ਵੱਲ ਹੋਣ ਜਾ ਰਿਹਾ। ਕਿਵੇਂ ਦੇਖ ਰਹੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਿਰਫ 2 ਮਹੀਨੇ ਸਰਕਾਰ ਬਣੀ ਨੂੰ ਹੋਏ ਨੇ, ਵੱਡੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਹੋਰ ਵੱਡੇ ਮੰਤਰੀ, ਵਿਧਾਇਕ, ਅਧਿਕਾਰੀ ਇਸ ਕਰਪਸ਼ਨ ਦੇ ਮਾਮਲੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ? ਦੇਖੋ ਲਖਵਿੰਦਰ ਜੀ, ਲਗਾਤਾਰ ਪੰਜਾਬ ਦੇ ਵਿੱਚ ਪਿਛਲੇ 35-40 ਸਾਲਾਂ ਤੋਂ ਜਿਹੜੇ ਅਫਸਰ ਸੀ ਉਹ ਵੀ ਬੇਲਗਾਮ ਸੀ, ਜਿਹੜੇ ਨੇਤਾ ਸੀ ਉਹ ਵੀ ਬੇਲਗਾਮ ਸੀ। ਜਿਸ ਤਰ੍ਹਾਂ ਦੇ ਨਾਲ ਹੁਣ ਇਹ ਇਰੀਗੇਸ਼ਨ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈਗਾ, ਜਿਸ ਦੇ ਵਿੱਚ 2 ਮੰਤਰੀ ਹੈਗੇ ਨੇ ਉਹਨਾਂ ਦੇ ਨਾਂ ਵੀ ਸਾਹਮਣੇ ਆ ਰਹੇ ਨੇ, 3 IAS ਅਧਿਕਾਰੀਆਂ ਦੇ ਨਾਂ ਵੀ ਸਾਹਮਣੇ ਆ ਰਹੇ ਨੇ। ਤਾਂ ਦੇਖੋ ਉਸ ਸਮੇਂ ਇਹਨਾਂ ਨੇ ਬੜਾ ਬੇਖੌਫ ਹੋ ਕੇ ਲੁੱਟਿਆ, ਕਿਉਂਕਿ ਇਹ ਲੋਕ ਜਾਣਦੇ ਸੀ ਕਿ ਇਹਨਾਂ ਦੀਆਂ ਪਾਰਟੀਆਂ ਨੇ ਜਿਹੜੀਆਂ ਉਹ ਇਹਨਾਂ ਦੇ ਉੱਤੇ ਕੋਈ ਕਾਰਵਾਈਆਂ ਨਹੀਂ ਕਰਨਗੀਆਂ। ਲੇਕਿਨ ਇਹਨਾਂ ਦੇ ਮਨ ਦੇ ਵਿੱਚ ਇਹ ਗੱਲ ਕਦੇ ਵੀ ਨਹੀਂ ਸੀਗੀ ਕਿ ਇਸ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਐਡੇ ਵੱਡੇ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਆ ਜਾਏਗੀ। ਤਾਂ ਹੁਣ ਆਪਣੇ ਘਰ ਤੋਂ ਸ਼ੁਰੂਆਤ ਕਰਕੇ ਵਾਕਈ ਹੀ ਉਹਨਾਂ ਨੇ ਜਿਹੜੀ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਹੈ। ਲੇਕਿਨ ਜਿਹੜੀਆਂ ਫਾਈਲਾਂ ਜਿਹੜੀਆਂ ਖੁੱਲ੍ਹ ਚੁੱਕੀਆਂ ਸੀ, ਜਿਹੜੀਆਂ ਫਿਰ ਬੰਦ ਕਰ ਦਿੱਤੀਆਂ ਗਈਆਂ, ਜਿਨ੍ਹਾਂ ਦੇ ਉੱਤੇ ਧੂੜ ਜੰਮ ਗਈ ਸੀ, ਹੁਣ ਉਹ ਫਾਈਲਾਂ ਝਾੜ ਲਈਆਂ ਗਈਆਂ ਨੇ। ਤਾਂ ਹੁਣ ਇਹ ਗਾਜ ਡਿੱਗਣੀ ਤਾਂ ਲਾਜ਼ਮੀ ਆ, ਕਿਉਂਕਿ ਇਹ ਫਾਈਲਾਂ ਨੇ ਜਿਹੜੀਆਂ ਦੁਬਾਰਾ ਤੋਂ ਇਹਨਾਂ ਦਾ ਰਿਵਿਊ ਕੀਤਾ ਜਾ ਰਿਹਾ। ਸਾਰੇ ਜਿਹੜੇ ਟੈਂਡਰ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਬੇਨਿਯਮੀਆਂ ਕੀਤੀਆਂ ਗਈਆਂ ਨੇ, ਕਿਉਂਕਿ ਉਸ ਸਮੇਂ ਖੁੱਲ੍ਹ ਖੇਡ ਸੀ ਭ੍ਰਿਸ਼ਟਾਚਾਰ। ਉਦੋਂ ਕੋਈ ਨਹੀਂ ਸੀ ਪੁੱਛਦਾ ਕੌਣ ਕੀ ਕਰ ਰਿਹਾ, ਕੌਣ ਭ੍ਰਿਸ਼ਟਾਚਾਰ ਕਰ ਰਿਹਾ। ਲੇਕਿਨ ਉਸ ਸਮੇਂ ਜਿਹੜੇ ਭ੍ਰਿਸ਼ਟਾਚਾਰ ਕੀਤੇ ਨੇ ਉਸ ਦੇ ਵਿੱਚ ਵੱਡੇ ਜਿਹੜੇ ਲੂਪ ਹੋਲ ਨੇ ਉਹ ਆਪ ਹੀ ਇਹਨਾਂ ਲੋਕਾਂ ਵੱਲੋਂ ਛੱਡੇ ਗਏ ਨੇ, ਜਿਹੜੇ ਹੁਣ ਇਹਨਾਂ ਦੇ ਗਲ ਦੀ ਰੱਸੀ ਬਣਦੇ ਨਜ਼ਰ ਆ ਰਹੇ ਨੇ। ਪਰ ਗਿੱਲ ਸਾਹਿਬ, ਦੂਸਰੇ ਪਾਸੇ ਗੱਲ ਇਹ ਵੀ ਜਿਹੜੀ ਜਾਂਚ ਹੈ ਉਹ ਵਿਜੀਲੈਂਸ ਦੀ ਟੀਮ ਕਰੇਗੀ ਤੇ ਜਦੋਂ ਵੀ ਗੱਲ ਵਿਜੀਲੈਂਸ ਦੀ ਆਉਂਦੀ ਹੈ ਤਾਂ ਅਕਸਰ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ, ਕਿਉਂਕਿ ਅਕਸਰ ਇਹ ਕਹਿੰਦੇ ਜਦੋਂ ਵਿਜੀਲੈਂਸ ਜਾਂਚ ਕਰਦੀ ਹੈ ਤਾਂ ਉਹ ਸਹੀ ਤਰੀਕੇ ਦੇ ਨਾਲ, ਨਿਰਪੱਖ ਤਰੀਕੇ ਦੇ ਨਾਲ ਜਾਂਚ ਨਹੀਂ ਕਰ ਪਾਉਂਦੀ। ਕਿ ਇਸ ਮਾਮਲੇ ਵਿੱਚ ਦੇਖ ਰਹੇ ਹੋ ਵਿਜੀਲੈਂਸ ਨਿਰਪੱਖ ਤਰੀਕੇ ਦੇ ਨਾਲ ਜਾਂਚ ਕਰਕੇ ਸਹੀ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਸੁੱਟੇਗੀ? ਦੇਖੋ ਲਖਵਿੰਦਰ ਜੀ, ਜਦੋਂ ਆਪਣੇ ਗਲੇ ਦੇ ਉੱਤੇ ਤਲਵਾਰ ਰੱਖੀ ਹੋਵੇ ਨਾ, ਫਿਰ ਉਸ ਸਮੇਂ ਸਭ ਕੁਝ ਠੀਕ ਹੀ ਹੁੰਦਾ। ਫਿਰ ਇਨਸਾਨ ਨੂੰ ਇਹ ਹੁੰਦਾ ਕਿ ਮੈਂ ਆਪਣੀ ਜਾਨ ਬਚਾ ਲਵਾਂ। ਤਾਂ ਦੇਖੋ ਵਿਜੀਲੈਂਸ ਹੈ, ਵਿਜੀਲੈਂਸ ਵੀ ਸਰਕਾਰਾਂ ਦੇ ਅਧਿਕਾਰ ਖੇਤਰ 'ਚ ਹੀ ਆਉਂਦਾ ਹੈ, ਤਾਂ ਵਿਜੀਲੈਂਸ ਵੀ ਸਰਕਾਰਾਂ ਦੇ ਇਸ਼ਾਰਿਆਂ 'ਤੇ ਕੰਮ ਕਰਦਾ। ਪਹਿਲਾਂ ਜਿਸ ਤਰ੍ਹਾਂ ਦੇ ਨਾਲ ਵਿਜੀਲੈਂਸ ਸਵਾਲਾਂ ਦੇ ਵਿੱਚ ਆਉਂਦੀ ਰਹੀ ਹੈ, ਲੇਕਿਨ ਇਸ ਵਾਰ ਸਰਕਾਰ ਬਦਲੀ ਹੋਈ ਆ, ਮੁੱਖ ਮੰਤਰੀ ਵੀ ਬਦਲੇ ਹੋਏ ਨੇ, ਤਾਂ ਕਿਤੇ ਨਾ ਕਿਤੇ ਜਿਹੜੀਆਂ ਜਾਂਚਾਂ ਨੇ ਟੋਟਲੀ ਨਿਰਪੱਖ ਹੋਣਗੀਆਂ ਔਰ ਜੋ ਇਹਨਾਂ ਦੇ ਤੱਥ ਹੈਗੇ ਨੇ ਤੱਥਾਂ ਦੇ ਆਧਾਰ ਦੇ ਉੱਤੇ ਕਾਰਵਾਈ ਵੀ ਹੋਏਗੀ। ਬਿਲਕੁਲ ਸਰ, ਤੱਥਾਂ ਤੋਂ ਕਾਰਵਾਈ ਹੋਏਗੀ, ਕਿਉਂਕਿ ਸਰਕਾਰ ਬਦਲੀ ਹੋਈ ਹੈ, ਸੋਚ ਬਦਲੀ ਹੋਈ ਹੈ, ਸੋ ਹਾਲਾਤ ਵੀ ਬਦਲਣਗੇ। ਸੋ ਸੋਚ ਦੀ ਗੱਲ ਕਰੀਏ, ਬਦਲਾਅ ਦੀ ਗੱਲ ਕਰੀਏ, ਜਿਸ ਬਦਲਾਅ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਤੇ ਕਾਬਜ਼ ਹੋਈ ਸੀ, ਸੋ ਹੁਣ ਬਜਟ ਸੈਸ਼ਨ ਦੇ ਵਿੱਚ ਵੀ ਬਦਲਾਅ ਕਰਦੇ ਹੋਏ ਨਜ਼ਰ ਆ ਰਹੇ ਨੇ। ਅੱਜ ਇੱਕ ਵੱਡਾ ਬਿਆਨ ਮਾਨ ਸਰਕਾਰ ਦੇ ਵੱਲੋਂ ਆਇਆ ਵੀ ਆਉਣ ਵਾਲਾ ਬਜਟ ਸੰਬੰਧੀ ਬਿਆਨ ਹੈ ਕਿ ਆਉਣ ਵਾਲਾ ਬਜਟ ਪੇਪਰਲੈਸ ਹੋਏਗਾ। ਪੇਪਰਲੈਸ, ਜਿਸ ਦੇ ਨਾਲ ਕਹਿੰਦੇ ਹੋਏ ਸਰਕਾਰੀ ਅਧਿਕਾਰੀ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਇਸ ਦੇ ਨਾਲ ਜਿੱਥੇ 21 ਲੱਖ ਰੁਪਏ ਦੀ ਬਚਤ ਹੋਏਗੀ, ਉੱਥੇ ਹੀ 34 ਟਨ ਕਾਗਜ਼ ਵੀ ਬਚੇਗਾ। ਭਾਵ ਕਿ ਤਕਰੀਬਨ 750-800 ਦਰਖਤਾਂ ਦੀ ਕਟਾਈ ਵੀ ਬਚੇਗੀ। ਸੋ ਕਿਵੇਂ ਦੇਖ ਰਹੇ ਹੋ ਇਸ ਫੈਸਲੇ ਨੂੰ? ਦੇਖੋ ਲਖਵਿੰਦਰ ਜੀ, ਬਹੁਤ ਵਧੀਆ ਫੈਸਲਾ ਹੈਗਾ। ਚਲੋ 21 ਲੱਖ ਦਾ ਤਾਂ ਕੋਈ ਐਡੀ ਵੱਡੀ ਅਮਾਊਂਟ ਨਹੀਂ ਹੈਗੀ ਕਿ ਜਿਹੜੀ ਖਜ਼ਾਨੇ ਨੂੰ ਕੋਈ ਬੜਾ ਵੱਡਾ ਫਾਇਦਾ ਹੋਏਗਾ। ਲੇਕਿਨ ਜਿਹੜੀ ਇਹ 700-800 ਦਰਖਤ ਬਚਣ ਵਾਲੀ ਗੱਲ ਹੈ, ਜਿਹੜਾ ਕਾਗਜ਼ ਬਚਣ ਵਾਲੀ ਗੱਲ ਹੈ, ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈਗਾ। ਜਿਸ ਤਰ੍ਹਾਂ ਦੇ ਨਾਲ ਡਿਜੀਟਲ ਇੰਡੀਆ ਦੀ ਗੱਲ ਕੀਤੀ ਗਈ ਸੀ, ਡਿਜੀਟਲ ਬਜਟ ਆਏਗਾ ਤਾਂ ਜਿਹੜਾ ਕਾਗਜ਼ ਬਚੇਗਾ, ਇਹਦੇ ਨਾਲ ਤੁਸੀਂ ਆਪ ਹੀ ਇਹ ਗੱਲ ਕਹਿ ਚੁੱਕੇ ਹੋ ਕਿ 750-800 ਜਿਹੜਾ ਦਰਖਤ ਹੈਗਾ ਉਹ ਕੱਟਣ ਤੋਂ ਬਚ ਜਾਏਗਾ। ਕਿਉਂਕਿ ਬੇਸ਼ੱਕ
ਉਹ ਦਰਖਤ ਕੱਟਿਆ ਜਾ ਚੁੱਕਿਆ ਹੋਏਗਾ, ਬੇਸ਼ੱਕ ਪੇਪਰ ਬਣ ਚੁੱਕਿਆ ਹੋਏਗਾ, ਲੇਕਿਨ ਉਹ ਪੇਪਰ ਬਚ ਜਾਏਗਾ ਤਾਂ ਇਸ ਦੇ ਨਾਲ ਦਰਖਤਾਂ ਦੀ ਜਾਨ ਵੀ ਬਚੇਗੀ, ਜਿਹੜਾ ਕਹਿ ਲਈਏ ਕਿ ਵਾਤਾਵਰਨ ਨੂੰ ਬਚਾਉਣ ਦੇ ਵਿੱਚ ਇੱਕ ਇਹ ਚੰਗਾ ਕਦਮ, ਸਹਾਈ ਕਦਮ ਕਹਿ ਸਕਦੇ ਹਾਂ ਆਪਾਂ ਇਸ ਨੂੰ। ਤਾਂ ਇੱਕ ਸ਼ਲਾਘਾਯੋਗ ਕਦਮ ਹੈਗਾ, ਤਾਂ ਅੱਗੇ ਵੀ ਅਜਿਹੇ ਉਪਰਾਲੇ ਸਰਕਾਰ ਨੂੰ ਕਰਦੇ ਰਹਿਣਾ ਚਾਹੀਦਾ। ਬਿਲਕੁਲ ਜੀ। ਤਾਂ ਕੀ ਵਿਰੋਧੀ ਇਸ ਮਾਮਲੇ ਦੇ ਉੱਪਰ ਤੰਜ ਤਾਂ ਨਹੀਂ ਕਸਣਗੇ ਜੀ ਵੀ ਵੀ ਤੁਹਾਨੂੰ ਹੁਣ ਡਿਜੀਟਲ ਕਰਨ ਦੇ ਲਈ ਵੱਡੇ ਵੱਡੇ ਉਪਕਰਨ ਖਰੀਦਣੇ ਪੈਣਗੇ, ਉਹਦੇ ਉੱਪਰ ਸਰਕਾਰ ਦੇ ਉੱਪਰ ਹੋਰ ਵਿੱਤੀ ਬੋਝ ਪਏਗਾ? ਕਿਉਂਕਿ ਇਹ ਜੇਕਰ ਆਪਾਂ ਪੇਪਰਲੈਸ ਬਜਟ ਦੀ ਗੱਲ ਕਰੀਏ, ਦੀ ਸ਼ੁਰੂਆਤ ਵੀ ਦਿੱਲੀ ਤੋਂ ਹੋਈ ਸੀ, ਜਿੱਥੇ ਕਿ ਆਮ ਆਦਮੀ ਪਾਰਟੀ ਸਰਕਾਰ ਹੈ, ਤੇ ਉਸ ਤਰਜ਼ ਦੇ ਉੱਪਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਵੀ ਅਸੀਂ ਦਿੱਲੀ ਦੇ ਉਸ ਹਰ ਇੱਕ ਮਾਡਲ ਨੂੰ ਅਪਣਾਵਾਂਗੇ ਜਿਹੜਾ ਮਾਡਲ ਅੱਛਾ ਹੋਏਗਾ, ਸਰਕਾਰਾਂ ਨੂੰ ਅੱਗੇ ਲੈ ਕੇ ਜਾਏਗਾ। ਲੇਕਿਨ ਦੂਸਰੇ ਪਾਸੇ ਇਹ ਹੈ ਕਿ ਜਦੋਂ ਆਪਾਂ ਗੱਲ ਕਰਾਂਗੇ ਵੀ ਈ ਬਜਟ ਹੋਏਗਾ ਤਾਂ ਉਹਦੇ ਲਈ ਵੱਡੇ ਉਪਕਰਨ ਵੀ ਖਰੀਦਣੇ ਪੈਣਗੇ, ਮੰਤਰੀਆਂ ਨੂੰ ਉਪਕਰਨ ਲੈ ਕੇ ਦੇ ਦੇਣੇ ਪੈਣਗੇ, ਜਿਸ ਦੇ ਅਕੋਰਡਿੰਗ ਉਹ ਆਪਣੀ ਜੋ ਬਜਟ ਪੇਸ਼ ਕਰ ਸਕਣਗੇ। ਕਿ ਇਸ ਖਰਚੇ ਨੂੰ ਲੈ ਕੇ ਸਰਕਾਰਾਂ ਦੇ ਉੱਪਰ ਵਿਰੋਧੀ ਤੰਜ ਨਹੀਂ ਕਸਣਗੇ? ਦੇਖੋ ਲਖਵਿੰਦਰ ਜੀ, ਮੈਂ ਤੁਹਾਨੂੰ ਦੱਸ ਦੇਵਾਂ, ਟੈਕਨੋਲੋਜੀ ਦਾ ਜ਼ਮਾਨਾ ਹੈ, ਇੱਥੇ ਕੋਈ ਲੰਬੇ ਚੌੜੇ ਖਰਚ ਵਾਲੀ ਗੱਲ ਨਹੀਂ ਹੈਗੀ ਹੈ, ਕਿਉਂਕਿ ਇਹ ਜਿਹੜੀ ਸਾਰੀ ਚੀਜ਼ ਹੈਗੀ ਹੈ ਇਹ ਮਹਿਜ ਇੱਕ ਲੈਪਟਾਪ ਅਤੇ ਕੁਝ ਜਿਹੜਾ ਕਹਿ ਲਈਏ ਆਪਾਂ ਹਾਰਡ ਡਿਸਕ ਦੇ ਸਿਰ ਦੇ ਉੱਤੇ ਹੀ ਇਹ ਕੰਮ ਕੀਤਾ ਜਾ ਸਕਦਾ। ਕਿਉਂਕਿ ਸਾਰਾ ਜਿਹੜਾ ਬਜਟ ਹੈਗਾ ਉਹ ਲਿਖ ਕੇ ਇੱਕ ਹਾਰਡ ਡਿਸਕ ਦੇ ਵਿੱਚ ਸਟੋਰ ਕਰ ਦਿੱਤਾ ਜਾਵੇ ਤਾਂ ਕੋਈ ਬਾਹਲਾ ਲੰਮਾ ਚੌੜਾ ਖਰਚ ਨਹੀਂ ਹੈਗਾ, ਸਗੋਂ ਬਹੁਤ ਖਰਚ ਘਟ ਜਾਵੇਗਾ। ਕਿਉਂਕਿ ਕੇਂਦਰ ਸਰਕਾਰ ਵੀ ਪਹਿਲਾਂ ਈ ਬਜਟ ਪੇਸ਼ ਕਰ ਚੁੱਕੀ ਹੈ, ਪਹਿਲਾਂ ਨਿਰਮਲਾ ਸੀਤਾਰਮਣ ਵੱਲੋਂ ਵੀ ਇਹੋ ਜਿਹਾ ਬਜਟ ਜਿਹੜਾ ਪੇਸ਼ ਕੀਤਾ ਗਿਆ ਸੀ। ਤਾਂ ਦੇਖੋ ਇਹਦੇ ਵਿੱਚ ਕੋਈ ਲੰਮਾ ਚੌੜਾ ਖਰਚ ਨਹੀਂ ਹੈਗਾ, ਨਾ ਹੀ। ਪਰ ਗਿੱਲ ਸਾਹਿਬ, ਜੇਕਰ ਆਪਾਂ ਦਿੱਲੀ ਦੀ ਗੱਲ ਕਰੀਏ, ਜਿਸ ਤਰਜ਼ ਦੇ ਉੱਪਰ ਇਹ ਗੱਲ ਕਰ ਰਹੇ ਨੇ, ਦਿੱਲੀ ਸਰਕਾਰ ਨੂੰ ਆਪਣਾ ਬਜਟ ਸਹੀ ਚਲਾਉਣ ਦੇ ਲਈ ਜਾਂ ਇਹ ਬਜਟ ਕਰਨ ਦੇ ਲਈ, ਪੇਪਰਲੈਸ ਵਿਧਾਨ ਸਭਾ ਬਜਟ ਸੈਸ਼ਨ ਚਲਾਉਣ ਦੇ ਲਈ ਤਕਰੀਬਨ 20 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਪਿਆ ਸੀਗਾ। ਕੀ ਸਰਕਾਰ ਸਮਰੱਥ ਹੈ ਇੰਨੇ ਪੈਸਿਆਂ ਦੀ ਵੀ ਉਹਨਾਂ ਨੂੰ ਜੇਕਰ ਲੋੜ ਪਈ ਤਾਂ ਮੈਨੇਜ ਕਰ ਲੈਣਗੇ? ਦੇਖੋ ਲਖਵਿੰਦਰ ਜੀ, ਹੋ ਸਕਦਾ ਹੈ ਕਿ ਜਿਹੜੇ ਉਹਨਾਂ ਕੋਲ ਉਪਕਰਨ ਹੈਗੇ ਨੇ ਉਹ ਉਪਕਰਨ ਇੱਥੇ ਮੁਹੱਈਆ ਕਰਾ ਦੇਣ, ਕਿਉਂਕਿ ਸਰਕਾਰ ਤਾਂ ਇੱਕੋ ਹੀ ਹੈ। ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਹੈ, ਲੇਕਿਨ 20 ਕਰੋੜ ਰੁਪਈਆ ਖਰਚਣ ਦੇ ਲਈ ਅੱਜ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਲਈ ਬਹੁਤ ਵੱਡੀ ਅਮਾਊਂਟ ਹੈਗੀ ਆ। ਔਰ ਨਾ ਹੀ ਸਰਕਾਰ ਇਸ ਗੱਲ ਦੇ ਲਈ ਕਹਿ ਲਈਏ ਆਪਾਂ ਕਿ ਇੰਨਾ ਜਿਹੜਾ ਰੈਵਨਿਊ ਹੈਗਾ ਉਹ ਲਾਉਣ ਦੇ ਵਿੱਚ ਸਮਰੱਥ ਹੈਗੀ ਹੈ। ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਹੋ ਸਕਦਾ ਕਿ ਉਪਕਰਨ ਉੱਥੇ ਵੀ ਮੰਗਾ ਲਏ ਜਾਣ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਐਡੇ ਵੱਡੇ ਕੋਈ ਉਪਕਰਨਾਂ ਦੀ ਲੋੜ ਹੈਗੀ ਹੈ। ਜੇਕਰ ਲੋੜ ਹੋਈ ਤਾਂ ਹੋ ਸਕਦਾ ਦਿੱਲੀ ਤੋਂ ਲੈ ਜਾਣ। ਕਿਉਂਕਿ ਸਰ ਈ-ਪੈਡ ਦੀ ਗੱਲ ਕਰਦੇ ਹੋਏ ਨਜ਼ਰ ਆਏ ਸੀ, ਮਨੀਸ਼ ਸਿਸੋਦੀਆ ਦਾ ਬਿਆਨ ਆਇਆ ਸੀਗਾ ਕਿ ਹਰ ਇੱਕ ਵਿਧਾਇਕ ਨੂੰ ਈ-ਪੈਡ ਦਿੱਤਾ ਗਿਆ ਸੀ ਤੇ ਉਹ ਪਰਚੇਜ਼ ਕਰਨ ਦੇ ਲਈ ਬੜਾ ਵੱਡੀ ਅਮਾਊਂਟ ਕਰਨੀ ਪਈ ਸੀ। ਕਿ ਸਰਕਾਰ ਪੇਪਰਲੈਸ ਜੇਕਰ ਬਜਟ ਦੀ ਗੱਲ ਕਰ ਰਹੀ ਹੈ ਕਿ ਉਹ ਵੀ ਫਿਰ ਈ-ਪੈਡ ਖਰੀਦੇਗੀ? ਦੇਖੋ ਲਖਵਿੰਦਰ ਜੀ, ਉਹ ਤਾਂ ਇਹਨਾਂ ਕੋਲ ਪਏ ਹੀ ਹੈਗੇ ਨੇ ਦਿੱਲੀ ਦੇ ਵਿੱਚ, ਹੁਣ ਕਿਹੜਾ ਬਜਟ ਆਉਣਾ, ਤਾਂ ਉਹ ਵਿਹਲੇ ਪਏ ਨੇ, ਹੋ ਸਕਦਾ ਉਹ ਇਸਤੇਮਾਲ ਕਰ ਲੈ ਜਾਣ, ਜ਼ਰੂਰੀ ਤਾਂ ਨਹੀਂ ਹੈ। ਬਾਕੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਨਾ ਕਿ ਕੀ ਹੁੰਦਾ ਕੀ ਨਹੀਂ ਹੁੰਦਾ। ਤਾਂ ਦੇਖੋ ਪਹਿਲਾਂ ਹੀ ਉਸ ਚੀਜ਼ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਜਾਣਾ ਚਾਹੀਦਾ, ਜਿਹੜਾ ਕੰਮ ਹੋਣ ਵਾਲਾ ਜਦੋਂ ਹੋਏਗਾ ਫਿਰ ਉਸ ਸਮੇਂ ਦੇਖਾਂਗੇ। ਮੈਨੂੰ ਲੱਗਦਾ ਹੈ ਕਿ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਦਿੱਲੀ ਤੋਂ ਹੀ ਜਿਹੜੇ ਇਹ ਈ-ਪੈਡ ਹੈਗੇ ਨੇ ਉਹ ਲਏ ਜਾਣਗੇ, ਉਹਨਾਂ ਦੇ ਉੱਤੇ ਹੀ ਜਿਹੜਾ ਬਜਟ ਹੈਗਾ ਪੰਜਾਬ ਦਾ ਬਣੇਗਾ, ਕਿਉਂਕਿ ਸਰਕਾਰ ਇਸ ਹਾਲਤ ਦੇ ਵਿੱਚ ਨਹੀਂ ਹੈ ਕਿ 20 ਕਰੋੜ ਰੁਪਇਆ ਖਰਚ ਸਕੇ। ਬਿਲਕੁਲ ਜੀ, ਬਿਲਕੁਲ। ਪਰ ਜੇਕਰ ਪੇਪਰਲੈਸ ਬਜਟ ਆ ਰਿਹਾ, ਪੰਜਾਬ ਦਾ ਪਹਿਲੀ ਵਾਰ ਪੇਪਰਲੈਸ ਬਜਟ ਆਏਗਾ, ਜੇ ਕੋਈ ਸ਼ਲਾਘਾਯੋਗ ਕਰਦਾ। ਕਿਉਂਕਿ ਜੇਕਰ ਪੈਸੇ ਦੀ ਗੱਲ ਕਰੀਏ, ਗਿੱਲ ਸਾਹਿਬ ਨੇ ਕਿਹਾ ਵੀ ਉਹ ਛੱਡੋ ਤੁਸੀਂ, ਲੇਕਿਨ ਜਿਹੜੇ ਦਰਖਤ ਬਚਣਗੇ, 34 ਟਨ ਕਾਗਜ਼ ਬਚੇਗਾ, ਉਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ ਜਿਹੜਾ ਕਿ ਸਰਕਾਰ ਨੇ ਪਹਿਲੀ ਵਾਰ ਬਜਟ ਪੇਸ਼ ਕਰਨਾਗਾ ਜੋ ਕਿ ਪੇਪਰਲੈਸ ਹੋਏਗਾ। ਸੋ ਗਿੱਲ ਸਾਹਿਬ, ਤੁਸੀਂ ਗੱਲਬਾਤ ਕਰ ਲਈ, ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਲਖਵਿੰਦਰ ਜੀ। ਇਹ ਸਨ ਮੇਰੇ ਸੀਨੀਅਰ ਸਹਿਯੋਗੀ ਅਵਤਾਰ ਸਿੰਘ ਗਿੱਲ ਸਾਹਿਬ, ਜਿਨ੍ਹਾਂ ਦੇ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ। ਤੁਹਾਨੂੰ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਏਗੀ, ਉਦੋਂ ਕਰਾਂਗੇ ਕੁਝ ਹੋਰ ਅਹਿਮ ਖਬਰਾਂ ਦੇ ਉੱਪਰ ਚਰਚਾ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।